Hello students, today we are going to study group 18 elements from the chapter P block elements. As you all know, periodic table ਦੇ ਵਿੱਚ ਜਿਹੜਾ P block है ਉਹ extreme right side ਤੇ है. This is S block, this is D block और आज ਜਿਹੜੇ 6 groups ने they fall into P block elements और ਇਹਦਾ ਜਿਹੜਾ last ਵਾਲਾ ਜਿਹੜਾ group है that is called group 18 noble gases. ਇਹਦੇ ਬਾਰੇ ਚ ਅਸੀਂ ਪੜਾਂਗੇ. So let's begin. सब तो पहला ਅਸੀਂ ਗੱਲ ਕਰ ਲੈਂਦੇ ਹਾਂ ਗਰੁੱਪ 18 ਦੇ ਐਲੀਮੈਂਟਸ ਦੀ ਕਿਹੜੇ ਗਰੁੱਪ ਐਲੀਮੈਂਟਸ ਆਉਂਦੇ ਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਹੀਲੀਅਮ ਨਿਓਨ ਆਰਗਨ ਕ੍ਰਿਪਟਨ ਜ਼ੀਨੋਨ ਤੇ ਰੇਡੋਨ ਇਹਨਾਂ ਦੇ ਵਿੱਚੋਂ ਰੇਡੋਨ ਦੀ ਖਾਸ ਗੱਲ ਇਹ ਹੈ ਕਿ ਇਟ ਇਜ਼ ਰੇਡੀਓਐਕਟਿਵ ਸੋ ਇਹ ਅਨਸਟੇਬਲ ਹੈ ਇਹ ਹੈਵੀ ਨਿਊਕਲੀਅਸ ਹੋਣ ਕਰਕੇ ਡਿਸਇੰਟੀਗ੍ਰੇਟ ਹੋ ਜਾਂਦਾ ਹੈ ਅਸੀਂ ਇਹਦੀ ਕੈਮਿਸਟਰੀ ਜ਼ਿਆਦਾ ਨਹੀਂ ਪੜਾਂਗੇ ਸੋ ਵੀ ਵਿਲ ਡਿਸਕਸ ਅਬਾਊਟ ਆਲ ਥੀਸ ਐਲੀਮੈਂਟਸ ਸੋ ਸਭ ਤੋਂ ਪਹਿਲਾਂ ਇਹਨਾਂ ਦੀ ਗੱਲ ਕਰ ਲਈਏ ਅਸੀਂ ਇਹਨਾਂ ਨੂੰ ਪਹਿਲਾਂ ਜਿਹੜਾ ਸੀਗਾ ਇਹਨੂੰ ਇਨਰਟ ਗੈਸਸ ਬੋਲਿਆ ਜਾਂਦਾ ਸੀਗਾ ਅੱਜ ਕੱਲ ਇਹ ਇਨਰਟ ਨਹੀਂ ਹੈ We all know ਇਹਨਾਂ ਦੇ ਕਾਫੀ ਸਾਰੇ ਕੰਪਾਊਂਡਸ ਬਣ ਚੁੱਕੇ ਨੇ ਕ੍ਰਿਪਟਨ ਜ਼ੀਨੋਨ ਦੇ ਸੋ ਅਸੀਂ ਹੁਣ ਇਹਨਾਂ ਨੂੰ ਇਨਰਟ ਗੈਸਸ ਨਹੀਂ ਬੋਲਦੇ ਸੋ ਇਸ ਕਰਕੇ ਕ੍ਰਾਸ ਲਿਖਿਆ ਹੋਰ ਇਹਨਾਂ ਨੂੰ ਹੁਣ ਅੱਜਕੱਲ ਨਵਾਂ ਨਾਮ ਦੇ ਦਿੱਤਾ ਗਿਆ ਨੋਬਲ ਗੈਸਸ ਨੋਬਲ ਜਿੱਦਾਂ ਨੋਬਲ ਮੈਟਲਸ ਹੁੰਦੇ ਨੇ ਜਿੱਦਾਂ ਕਿ 골ਡ ਪਲੈਟੀਨਮ ਉਹ ਜ਼ਿਆਦਾ ਰਿਐਕਟ ਨਹੀਂ ਕਰਦੇ ਨਾਰਮਲ ਟੈਂਪਰੇਚਰ ਪ੍ਰੈਸ਼ਰ ਤੇ ਸੋ ਇਸੇ ਕਰਕੇ ਇਹ ਵੀ ਨਹੀਂ ਰਿਐਕਟ ਕਰਦੀਆਂ ਇਸੇ ਕਰਕੇ ਇਹਨਾਂ ਨੂੰ ਕੀ ਕਹਿ ਦਿੰਦੇ ਅਸੀਂ ਨੋਬਲ ਗੈਸਸ ਸੋ ਇਹਨਾਂ ਦੀ ਜਿਹੜੀ ਅਵੇਲੇਬਿਲਿਟੀ ਹੈ Where do we find noble gases? ਇਹ ਸਾਨੂੰ 에ਅਰ ਦੇ ਵਿੱਚ ਹੀ ਮਿਲਦੀਆਂ ਨੇ ਐਟਮੋਸਫੇਅਰ ਦੇ ਵਿੱਚ ਜਿੱਥੇ ਕਿ ਇਹਨਾਂ ਦੀ ਅਮਾਉਂਟ ਜਿਹੜੀ ਹੈ ਬਹੁਤ ਜ਼ਿਆਦਾ ਘੱਟ ਹੈ ਸੋ ਇਹਨਾਂ ਨੂੰ ਰੇਅਰ ਗੈਸਸ ਵੀ ਬੋਲਿਆ ਜਾਂਦਾ 1% ਤੋਂ ਘੱਟ ਮਿਲਦੀਆਂ ਨੇ ਇਹ ਸੋ ਇਹਨਾਂ ਦੇ ਹੁਣ ਪਹਿਲਾਂ ਜਨਰਲ ਕੈਰੈਕਟਰਿਸਟਿਕਸ ਲੈ ਲੈਣੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੀ ਜਿੱਦਾਂ ਕਿ ਸਭ ਤੋਂ ਪਹਿਲਾ ਮੈਂਬਰ ਹੈ ਹੀਲੀਅਮ ਇਹਦਾ ਐਟੋਮਿਕ ਨੰਬਰ 2 ਹੈ ਸੋ ਇਹਦੀ ਕਨਫੀਗਰੇਸ਼ਨ ਹੋਗੀ 1s2 ਨੈਕਸਟ ਮੈਂਬਰ ਇਜ਼ ਨਿਓਨ ਨਿਓਨ ਦਾ ਐਟੋਮਿਕ ਨੰਬਰ 10 ਹੈ ਸੋ ਇਹਦੀ ਕਨਫੀਗਰੇਸ਼ਨ ਕੀ ਹੋਗੀ 1s2 2s2 2p6 similarly argon ਦੀ ਕੀ ਹੋ ਜਾਊਗੀ 1s2 2s2 2p6 3s2 3p6 and krypton ਦੀ ਹੋ ਜਾਊਗੀ 4s2 4p6 5s2 and so on so ਅਸੀਂ ਕੀ ਦੇਖ ਰਹੇ ਹਾਂ ਜਿਹੜੀ ਇਹਦੀ ਲਾਸਟ ਸ਼ੈਲ ਹੈ ਵੈਲੈਂਟ ਸ਼ੈਲ ਜਿਹਦਾ ਆ ਦੋਨੋਂ ਜਿਹੜੇ ਨੇ ਪ੍ਰਿੰਸੀਪਲ ਕੁਆਂਟਮ ਨੰਬਰ ਜਿਹਨਾਂ ਸੇਮ ਹੁੰਦਾ that is called ਵੈਲੈਂਟ ਸ਼ੈਲ so ਇਹਦੀ ਵੈਲੈਂਟ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੋਗੇ 6 + 2 ਜਿਹੜਾ 8 ਵੈਲੈਂਸ ਇਲੈਕਟ੍ਰੋਨਸ ਸੋ ਸਾਰੇ ਹੀ ਨੋਬਲ ਗੈਸਸ ਦੇ ਵਿੱਚ ਸਿਵਾਏ ਹੀਲੀਅਮ ਦੇ ਵਿੱਚ ਡੁਪਲੇਟ ਕੰਪਲੀਟ ਹੁੰਦੀ ਹੈ ਕਿਉਂਕਿ ਇਹਦੇ ਕੋਲ ਇੱਕੋ ਹੀ ਸ਼ੈਲ ਹੈ ਦੋ ਇਲੈਕਟ੍ਰੋਨਸ ਨੇ ਇੱਕੋ ਸ਼ੈਲ ਚ ਆ ਗਏ ਸ਼ੈਲ ਇਜ਼ ਕੰਪਲੀਟ ਹੀਲੀਅਮ ਵੀ ਕੰਪਲੀਟ ਹੈ ਲੇਕਿਨ ਬਾਕੀ ਸਾਰਿਆਂ ਦੇ ਵੀ ਸ਼ੈਲਸ ਕੰਪਲੀਟ ਨੇ ਬਟ ਦੇ ਹੈਵ 8 ਇਲੈਕਟ੍ਰੋਨਸ ਹੀਲੀਅਮ ਦੇ ਵਿੱਚ ਸਿਰਫ 2 ਇਲੈਕਟ੍ਰੋਨਸ ਨੇ ਸੋ ਅਸੀਂ ਇਹਨਾਂ ਦੀ ਜੇ ਕਨਫੀਗਰੇਸ਼ਨ ਨੂੰ ਜਨਰਲਾਈਜ਼ ਕਰੀਏ ਵੀ ਕੈਨ ਸੇ ns s ਦੇ ਵਿੱਚ ਦੋ ਹੀ ਨੇ ਸਭ ਦੇ ਵਿੱਚ ਔਰ p ਦੇ ਵਿੱਚ ਸਾਰਿਆਂ ਦੇ 6 ਨੇ ਸੋ ns2 and p 6 ਇਲੈਕਟ੍ਰੋਨਸ ਇਹਨਾਂ ਦੀ ਜਿਹੜੀ ਕਨਫੀਗਰੇਸ਼ਨ ਹੈ ਕੰਪਲੀਟਲੀ ਫਿਲਡ ਹੈ ਆਰਬਿਟਲਸ ਕੰਪਲੀਟਲੀ ਫਿਲਡ ਨੇ they do not want any electron ਨਾ ਹੀ ਇਲੈਕਟ੍ਰੋਨ ਲੂਜ਼ ਕਰਦੇ ਨਾ ਗੇਨ ਕਰਦੇ ਇਸੇ ਕਰਕੇ ਹੀ ਇਹਨਾਂ ਦੀ ਰਿਐਕਟੀਵਿਟੀ ਘੱਟ ਹੈ so that is why they are called noble gases next ਹੈ atomic size ਜਿਹੜੀ noble gases ਹੁੰਦੀਆਂ ਨੇ ਜਿੱਦਾਂ ਕਿ ਆਪਾਂ ਹੁਣੇ ਗੱਲ ਕੀਤੀ ਹੈ ਉਹ ਕੰਬਾਈਨ ਹੀ ਨਹੀਂ ਕਰਦੀਆਂ they do not react so ਫਿਰ ਇਹਨਾਂ ਦੇ ਜਿਹੜੇ ਕੋਈ ਕਿਸੇ ਵੀ ਤਰ੍ਹਾਂ ਦਾ ਬੌਂਡ ਨਹੀਂ ਬਣਦਾ ਨਾ ਇਹਨਾਂ ਦਾ ਕੋਵਲੈਂਟ ਬੌਂਡ ਬਣਦਾ ਹੈ ਨਾ ਹੀ ਆਇਨਿਕ ਬੌਂਡਸ ਸੋ ਇਹਨਾਂ ਦੇ ਜਿਹੜੇ ਸਾਈਜ਼ਸ ਹੁੰਦੇ ਨੇ they are simple van der Waals radius ਔਰ ਜੇ ਅਸੀਂ ਡਾਊਨ ਦਾ ਗਰੁੱਪ ਜਾਈਏ ਤਾਂ ਅਸੀਂ ਦੇਖਿਆ ਹੁਣੇ ਹਰੇਕ ਸਟੈਪ ਤੇ ਸ਼ੈਲ ਐਡ ਹੋ ਰਹੀ ਹੈ ਐਕਸਟਰਾ ਸ਼ੈਲਸ ਐਡ ਹੋ ਰਹੀਆਂ ਨੇ ਜਿਹਦੇ ਕਰਕੇ ਕਿ ਇਹਨਾਂ ਦਾ ਜਿਹੜਾ ਸਾਈਜ਼ ਹੈ ਇਟ ਕੀਪਸ ਔਨ ਇੰਕਰੀਜ਼ਿੰਗ ਐਜ਼ ਵੀ ਮੂਵ ਡਾਊਨ ਦਾ ਗਰੁੱਪ ਸੋ ਹੀਲੀਅਮ ਇਹਨਾਂ ਤੋਂ ਸਭ ਤੋਂ ਛੋਟੀ ਹੈ ਔਰ ਥੱਲੇ ਜਾ ਰਹੇ ਸਾਈਜ਼ ਇੰਕਰੀਜ਼ ਹੋ ਰਿਹਾ ਜ਼ੀਨੋਨ ਇਹਨਾਂ ਤੋਂ ਸਭ ਤੋਂ ਵੱਡੀ ਹੈ ਰੇਡੋਨ ਦੀ ਅਸੀਂ ਗੱਲ ਨਹੀਂ ਕਰਦੇ ਰੇਡੀਓਐਕਟਿਵ ਹੋਣ ਕਰਕੇ ਸੋ ਦਿਸ ਇਜ਼ ਰਿਗਾਰਡਿੰਗ देयर ਸਾਈਜ਼ ਆਇਨੇਸ਼ਨ ਐਂਥੈਲਪੀ ਯੈਸ ਵਾਟ ਇਜ਼ ਆਇਨੇਸ਼ਨ ਐਂਥੈਲਪੀ ਕਿਸੇ ਵੀ ਚੀਜ਼ ਦਾ ਅਸੀਂ ਜੇ ਆਇਨ ਬਣਾਉਣਾ ਹੈ ਉਹ ਕਿੱਦਾਂ ਬਣਦਾ ਹੈ ਜਾਂ ਤਾਂ ਅਸੀਂ ਉਹਦੇ ਵਿੱਚੋਂ ਇਲੈਕਟ੍ਰੋਨ ਰਿਮੂਵ ਕਰਦੇ ਹਾਂ ਜਾਂ ਉਹਦੇ ਵਿੱਚ ਪਾ ਦਿੰਦੇ ਹਾਂ ਕੈਟਾਇਨ ਐਂਡ ਐਨਾਇਨ ਸੋ ਜੇ ਅਸੀਂ ਕਿਸੇ ਵੀ ਨਿਊਟਰਲ ਐਟਮ ਦੇ ਵਿੱਚੋਂ ਗਰਾਊਂਡ ਸਟੇਟ ਚੋਂ ਦਾ ਜਿਹੜਾ ਲਾਸਟਲੀ ਹੈ ਲੂਜ਼ਲੀ ਹੈਡ ਇਲੈਕਟ੍ਰੋਨ ਲਾਸਟ ਆਰਬਿਟਲ ਦਾ ਜੇ ਉਹਨੂੰ ਅਸੀਂ ਰਿਮੂਵ ਕਰਾਂਗੇ ਵੀ ਹੈਵ ਟੂ ਸਪਲਾਈ ਸਮ એનર્ਜੀ ਉਸ એનર્ਜੀ ਨੂੰ ਬੋਲਿਆ ਜਾਂਦਾ ਆਇਨੇਸ਼ਨ ਐਂਥੈਲਪੀ ਜਾਂ ਆਇਨੇਸ਼ਨ એનર્ਜੀ ਹੁਣ ਕਿਉਂਕਿ ਅਸੀਂ ਹੁਣੇ ਦੇਖਿਆ ਇਹਨਾਂ ਦੀ ਜਿਹੜੀ ਲਾਸਟ ਸ਼ੈਲ ਹੈ ਕੰਪਲੀਟਲੀ ਫਿਲਡ ਹੈ they do not want to lose electrons so ਇਸੇ ਕਰਕੇ ਜਿਹੜੀ ਇਹਨਾਂ ਦੀ ਆਇਨੇਸ਼ਨ ਐਂਥੈਲਪੀਜ਼ ਨੇ they are very very high ਉਹ ਸਟੇਬਲ ਨੇ they don't want to lose electron ਨੈਕਸਟ ਇਜ਼ ਇਲੈਕਟ੍ਰੋਨ ਗੇਨ ਐਂਥੈਲਪੀ ਇਲੈਕਟ੍ਰੋਨ ਗੇਨ ਐਂਥੈਲਪੀ ਕੀ ਹੁੰਦੀ ਹੈ ਜਦੋਂ ਕਿ ਨਿਊਟਰਲ ਐਟਮ ਦੇ ਵਿੱਚ ਅਸੀਂ ਕੋਈ ਇਲੈਕਟ੍ਰੋਨ ਐਡ ਕਰਦੇ ਹਾਂ ਕੁਝ એનર્ਜੀ ਰਿਲੀਜ਼ ਹੁੰਦੀ ਹੈ ਜੇ ਤਾਂ ਉਹ ਐਟਮ ਵਿਲਿੰਗ ਹੈ ਇਲੈਕਟ੍ਰੋਨ ਦੇ ਲਈ ਦੈਨ ਓਨਲੀ ਇਟ ਵਿਲ ਰਿਲੀਜ਼ એનર્ਜੀ ਪਰ ਇੱਥੇ ਕੇਸ 'ਚ ਆਪਾਂ ਕੀ ਦੇਖਿਆ ਸਾਰਿਆਂ ਦੀ ਸ਼ੈਲ ਆਲਰੇਡੀ ਕੰਪਲੀਟਲੀ ਫਿਲਡ ਹੈ ਦੇ ਡੋਨਟ ਵਾਂਟ ਟੂ ਗੇਨ ਐਨੀ ਇਲੈਕਟ੍ਰੋਨ ਸੋ ਇਸ ਕਰਕੇ ਇਹਨਾਂ ਦੀ ਜਿਹੜੀ ਹੈ ਇਲੈਕਟ੍ਰੋਨ ਗੇਨ ਐਂਥੈਲਪੀ ਉਹ ਕੀ ਹੈ 0 ਹੈ ਜਾਂ ਫਿਰ ਕੀ ਹੈ ਪੋਜ਼ਿਟਿਵ ਦਾ ਮਤਲਬ ਕੀ ਹੈ ਕਿਉਂਕਿ ਇਹਨਾਂ ਨੇ ਇਲੈਕਟ੍ਰੋਨ ਤਾਂ ਲੈਣਾ ਨਹੀਂ ਬਟ ਤੁਸੀਂ ਜੇ ਜ਼ਬਰਦਸਤੀ ਹੀ ਇਹਨਾਂ ਨੂੰ ਇਲੈਕਟ੍ਰੋਨ ਦੋਗੇ ਇਹਦੀ ਸ਼ੈਲ 'ਚ ਇਲੈਕਟ੍ਰੋਨ ਐਡ ਕਰੋਗੇ ਤੁਹਾਨੂੰ ਹੀ ਐਕਸਟਰਾ એનર્ਜੀ ਦੇਣੀ ਪਏਗੀ ਯੂ ਹੈਵ ਟੂ ਪੁੱਟ ਇਨ ਐਕਸਟਰਾ એનર્ਜੀ ਤਾਂ ਕਿ ਉਹ ਇਲੈਕਟ੍ਰੋਨ ਦੇ ਕੋਲ ਟਿਕ ਜਾਵੇ ਸੋ ਇਲੈਕਟ੍ਰੋਨ ਗੇਨ ਐਂਥੈਲਪੀ 0 ਹੈ ਜਾਂ ਫਿਰ ਪੋਜ਼ਿਟਿਵ ਹੈ melting and boiling points
ਪਹਿਲਾਂ ਵੀ ਅਸੀਂ ਗੱਲ ਕੀਤੀ ਹੈ, ਇਹਨਾਂ ਦੇ ਵਿੱਚ ਕੋਈ ਵੀ ਫੋਰਸ ਆਫ ਅਟਰੈਕਸ਼ਨ ਹੈ ਹੀ ਨਹੀਂ ਹੈ। ਸਿੰਪਲ ਵੈਨ ਡਰ ਵਾਲਸ ਫੋਰਸਸ ਨੇ, ਜਿਹਦੇ ਕਰਕੇ ਕਿ ਇਹਨਾਂ ਦੇ ਜਿਹੜੇ ਬੋਇਲਿੰਗ ਪੁਆਇੰਟਸ ਨੇ ਉਹ ਬਹੁਤ ਜ਼ਿਆਦਾ ਲੋ ਨੇ। ਇਹਨਾਂ ਦੇ ਵਿੱਚੋਂ ਹੀਲੀਅਮ ਦਾ ਜਿਹੜਾ ਬੋਇਲਿੰਗ ਪੁਆਇੰਟ ਹੈ ਉਹ ਸਭ ਤੋਂ ਜ਼ਿਆਦਾ ਘੱਟ ਹੈ, ਇਟ ਇਜ਼ ਓਨਲੀ 4.2, ਓਨਲੀ 4.2 ਕੈਲਵਿਨ। ਇਹਦਾ ਬੋਇਲਿੰਗ ਪੁਆਇੰਟ ਬਹੁਤ ਜ਼ਿਆਦਾ ਲੋ ਹੋਣ ਕਰਕੇ ਇਹ ਹਰੇਕ ਚੀਜ਼ ਦੇ ਵਿੱਚੋਂ ਡਿਫਿਊਜ਼ ਹੋ ਜਾਂਦੀ ਹੈ, ਕੰਚ ਦੇ ਵਿੱਚੋਂ, ਰਬੜ ਦੇ ਵਿੱਚੋਂ, ਪਲਾਸਟਿਕ ਦੇ ਵਿੱਚੋਂ ਵੀ ਇਹ ਡਿਫਿਊਜ਼ ਹੋ ਜਾਂਦੀ ਹੈ। ਔਰ ਜਿਵੇਂ ਜਿਵੇਂ ਅਸੀਂ ਥੱਲੇ ਜਾ ਰਹੇ ਹਾਂ ਤਾਂ ਸਾਈਜ਼ ਇੰਕਰੀਜ਼ ਹੋ ਰਿਹਾ, ਸਾਈਜ਼ ਇੰਕਰੀਜ਼ ਹੋਣ ਕਰਕੇ ਕੀ ਹੋ ਗਿਆ, ਵੈਨ ਡਰ ਵਾਲਸ ਫੋਰਸਸ ਇੰਕਰੀਜ਼, ਸੋ ਥੋੜਾ ਥੋੜਾ ਜਿਹੜਾ ਹੈ ਇੰਟਰੈਕਸ਼ਨ ਵੱਧ ਜਾਂਦਾ ਹੈ, ਸੋ ਬੋਇਲਿੰਗ ਪੁਆਇੰਟ ਜਿਹੜਾ ਹੈ ਥੋੜਾ ਥੋੜਾ ਇੰਕਰੀਜ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਇਹਨਾਂ ਦੇ ਵਿੱਚੋਂ ਜ਼ੀਨੋਨ ਦਾ ਹੀ ਬੋਇਲਿੰਗ ਪੁਆਇੰਟ ਸਭ ਤੋਂ ਜ਼ਿਆਦਾ ਹੋਏਗਾ। ਨੈਕਸਟ ਇਜ਼ ਈਜ਼ ਆਫ ਲਿਕੁਇਫਿਕੇਸ਼ਨ। ਜਿਹੜੀ ਨੋਬਲ ਗੈਸਸ ਨੇ, ਕਿਉਂਕਿ ਇਹਨਾਂ ਦੇ ਵਿੱਚ ਕੋਈ ਫੋਰਸ ਆਫ ਇੰਟਰੈਕਸ਼ਨ ਹੈ ਹੀ ਨਹੀਂ ਹੈ, ਸੋ ਕੰਡੈਂਸੇਸ਼ਨ ਉਹਨਾਂ ਦੀ ਕਰਨੀ ਮੁਸ਼ਕਿਲ ਹੈ, ਸੋ ਉਹਨਾਂ ਨੂੰ ਲਿਕੁਇਫਾਈ ਕਰਨਾ ਬਹੁਤ ਮੁਸ਼ਕਿਲ ਹੈ, ਸੋ ਦੇ ਆਰ ਨਾਟ ਈਜ਼ੀਲੀ ਲਿਕੁਇਫਾਈਡ। ਨੈਕਸਟ ਇਜ਼ ਸੋਲਿਬਿਲਿਟੀ ਇਨ ਵਾਟਰ। ਵਾਟਰ ਸਾਨੂੰ ਪਤਾ ਹੈ ਪੋਲਰ ਸੋਲਵੈਂਟ ਹੈ, ਇਹਦੇ ਵਿੱਚ ਕਿਸੇ ਵੀ ਚੀਜ਼ ਨੂੰ ਘੁਲਣ ਦੇ ਲਈ ਆਇਨਿਕ ਪੋਲਰ ਪੋਲਸ ਹੋਣੇ ਚਾਹੀਦੇ ਨੇ। ਸੋ ਇਹਨਾਂ ਦੀ ਜਿਹੜੀ ਨੋਬਲ ਗੈਸਸ ਨੇ ਉਹ ਹਲਕੇ ਜਿਹੇ ਜਿਹੜੇ ਨੇ ਡਾਈਪੋਲ, ਇੰਸਟੈਂਟੇਨੀਅਸ ਡਾਈਪੋਲ ਇੰਡਿਊਸ ਹੋ ਜਾਂਦਾ ਹੈ, ਜਿਹਦੇ ਕਰਕੇ ਕਿ ਉਹਨਾਂ ਦੀ ਸਲਾਈਟ ਸੋਲਿਬਿਲਿਟੀ ਬਣ ਜਾਂਦੀ ਹੈ। ਵਾਟਰ ਦੇ ਹਾਈਡਰੋਜਨ ਦੇ ਉੱਤੇ ਪਲੱਸ ਚਾਰਜ ਹੋਏਗਾ ਪਾਰਸ਼ੀਅਲ, ਔਰ ਆਕਸੀਜਨ ਦੇ ਉੱਤੇ ਕੀ ਹੋਏਗਾ, ਪਾਰਸ਼ੀਅਲ ਨੈਗੇਟਿਵ ਚਾਰਜ। ਸੋ ਜਿਸ ਤਰ੍ਹਾਂ ਮੰਨ ਲਓ ਇਹ ਨੋਬਲ ਗੈਸ ਦਾ ਐਟਮ ਆਇਆ, ਸੋ ਇਹ ਕੀ ਹੋਗਾ, ਪਲੱਸ ਚਾਰਜ ਕਰਕੇ ਇੱਥੇ ਕੀ ਹੋ ਜਾਊਗਾ, ਸਲਾਈਟ ਨੈਗੇਟਿਵ ਚਾਰਜ ਡਿਵੈਲਪ ਹੋ ਜਾਊਗਾ, ਔਰ ਇਸ ਪਾਸੇ ਕੀ ਹੋ ਜਾਊਗਾ, ਹਲਕਾ ਜਿਹਾ ਪੋਜ਼ਿਟਿਵ ਚਾਰਜ। ਕਿਉਂ? ਕਿਉਂਕਿ ਇੱਥੇ ਆਕਸੀਜਨ ਹੈ ਜਿਹਦੇ ਉੱਤੇ ਪਾਰਸ਼ੀਅਲ ਨੈਗੇਟਿਵ ਚਾਰਜ ਹੈ, ਲਾਈਕ ਦਿਸ। ਸੋ ਇੱਥੇ ਇੰਸਟੈਂਟੇਨੀਅਸ ਡਾਈਪੋਲ ਇੰਡਿਊਸ ਹੋ ਜਾਂਦਾ ਹੈ, ਜਿਹਦੇ ਕਰਕੇ ਕਿ ਸਲਾਈਟ ਸੋਲਿਬਿਲਿਟੀ ਹੈ ਵਾਟਰ ਦੇ ਵਿੱਚ, ਅਦਰਵਾਈਜ਼ ਦੇ ਆਰ ਨਾਟ ਸੋਲਿਬਲ ਇਨ ਵਾਟਰ। ਨੈਕਸਟ ਇਜ਼ ਫਿਜ਼ੀਕਲ ਪ੍ਰੋਪਰਟੀਜ਼ ਦੀ ਗੱਲ ਕਰ ਲੈਣੇ। ਪਹਿਲੀ ਗੱਲ ਤਾਂ ਇਹ ਮੋਨੋਐਟੋਮਿਕ ਗੈਸਸ ਨੇ, ਮੋਲੀਕਿਊਲ ਬਣਾਉਂਦੀਆਂ ਹੀ ਨਹੀਂ ਹੈ। ਦੂਜੀ ਗੱਲ, ਦੇ ਆਰ ਕਲਰਲੈਸ ਗੈਸਸ, ਕੋਈ ਕਲਰ ਨਹੀਂ ਹੈ, ਟੇਸਟਲੈਸ ਹੈ, odorless ਗੈਸਸ ਨੇ, ਔਰ ਵਾਟਰ ਦੇ ਵਿੱਚ ਜਿਹੜੀ ਇਹਨਾਂ ਦੀ ਸੋਲਿਬਿਲਿਟੀ ਹੈ ਉਹ ਬਹੁਤ ਜ਼ਿਆਦਾ ਘੱਟ ਹੈ। ਨਾਓ ਲੈਟਸ ਟਾਕ ਅਬਾਊਟ ਦ ਫਰਸਟ ਕੰਪਾਊਂਡ ਆਫ ਨੋਬਲ ਗੈਸਸ। ਸਭ ਤੋਂ ਪਹਿਲਾ ਜਿਹੜਾ ਕੰਪਾਊਂਡ ਬਣਾਇਆ ਸੀ ਨੋਬਲ ਗੈਸ ਦਾ, that was prepared by Neil Bartlett in the year 1962। ਕਿੱਥੋਂ ਸਟੋਰੀ ਸ਼ੁਰੂ ਹੋਈ? ਸਭ ਤੋਂ ਪਹਿਲਾਂ ਨੀਲ ਬਾਰਲੈਟ ਨੇ ਆਕਸੀਜਨ ਨੂੰ ਰਿਐਕਟ ਕਰਾਇਆ ਸੀਗਾ with PTF6, which is a strong oxidizing agent। ਤਾਂ ਕੀ ਸਪੀਸ਼ੀਜ਼ ਬਣੀ ਸੀਗੀ, O2 plus PTF6 minus। ਸੋ ਬਾਰਲੈਟ ਨੇ ਜਦੋਂ ਦੇਖਿਆ ਵੀ ਇਹ ਇੰਨਾ ਪਾਵਰਫੁਲ ਆਕਸੀਡਾਈਜ਼ਿੰਗ ਏਜੰਟ ਹੈ ਕਿ ਇਹਨੇ ਆਕਸੀਜਨ ਨੂੰ ਆਕਸੀਡਾਈਜ਼ ਕਰਕੇ O2+ ਬਣਾਤਾ, ਤੇ ਆਕਸੀਜਨ ਦਾ ਜਿਹੜਾ ਸਾਈਜ਼ ਹੈ ਉਹ ਜ਼ੀਨੋਨ ਦੇ ਬਰਾਬਰ ਹੈ, 4 ਐਂਗਸਟ੍ਰॉम ਦੋਨਾਂ ਦਾ ਸਾਈਜ਼ ਹੈ, ਔਰ ਜਿਹੜੀ ਇਹਨਾਂ ਦੀ ਫਰਸਟ ਆਇਨੇਸ਼ਨ ਐਂਥੈਲਪੀ ਹੈ ਉਹ ਵੀ ਕਾਫੀ ਸਿਮਿਲਰ ਹੈ। 1170 kilojoules per mole is the first ionization enthalpy ਕਿਸ ਦੀ? ਇਹਦੇ ਵਿੱਚੋਂ ਜ਼ੀਨੋਨ ਦੀ। ਔਰ ਆਕਸੀਜਨ ਦੀ ਜਿਹੜੀ ਹੈ ਫਰਸਟ ਆਇਨੇਸ਼ਨ ਐਂਥੈਲਪੀ ਥੋੜੀ ਜਿਹੀ ਜ਼ਿਆਦਾ ਹੈ, 1175 kilojoules per mole। ਸੋ ਆਇਨੇਸ਼ਨ એનર્ਜੀ ਸਿਮਿਲਰ ਹੋਣ ਕਰਕੇ ਬਾਰਲੈਟ ਨੇ ਸੋਚਿਆ ਵੀ why not to try this reaction with xenon, and yes, he was successful। So the first compound prepared was xenon ਤੇ plus PTF6 ਤੇ minus ਚਾਰ। So this was the species ਜਿਹੜੀ ਸਭ ਤੋਂ ਪਹਿਲਾਂ ਬਣਾਈ ਗਈ ਸੀ, xenon ਦਾ ਕੰਪਾਊਂਡ ਬਣਾਇਆ ਗਿਆ ਸੀਗਾ। ਸੋ ਇਹ ਕਿਉਂ ਬਣਾ ਪਾਏ? ਕਿਉਂਕਿ ਇਹਨਾਂ ਦੀ ਆਇਨੇਸ਼ਨ એનર્ਜੀ ਸੇਮ ਸੀਗੀ ਤੇ ਇਹਨਾਂ ਦੋਨਾਂ ਦਾ ਸਾਈਜ਼ ਵੀ ਸਿਮਿਲਰ ਸੀਗਾ, ਆਕਸੀਜਨ ਮੋਲੀਕਿਊਲ ਦਾ ਤੇ xenon ਦਾ। ਸੋ ਉਸ ਤੋਂ ਬਾਅਦ ਫਿਰ ਰਿਸਰਚਸ ਚੱਲੀ ਗਈਆਂ ਤੇ ਕਾਫੀ ਸਾਰੇ ਪ੍ਰੋਡਕਟਸ ਬਣ ਗਏ। ਹੁਣ ਅਸੀਂ ਇਹਨਾਂ ਦੇ ਬਾਕੀ ਦੇ ਹੁਣ ਜਿਹੜੇ ਕੰਪਾਊਂਡਸ ਬਣ ਚੁੱਕੇ ਨੇ ਉਹਨਾਂ ਦੇ ਬਾਰੇ ਸਟੱਡੀ ਕਰਾਂਗੇ। ਲੋ ਰਿਐਕਟੀਵਿਟੀ ਦਾ ਰੀਜ਼ਨ ਜਿਹੜਾ ਹੈਗਾ ਉਹ ਇਹੀ ਹੈ ਕਿ ਇਹਨਾਂ ਦੀ ਜਿਹੜੀ ਲਾਸਟ ਸ਼ੈਲ ਹੈ ਉਹ ਕੰਪਲੀਟਲੀ ਫਿਲ ਹੈ, ਇਹਨਾਂ ਦੀ ਆਇਨੇਸ਼ਨ એનર્ਜੀਜ਼ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਹਾਈ ਨੇ, ਤੇ ਇਲੈਕਟ੍ਰੋਨ ਗੇਨ ਐਂਥੈਲਪੀ ਹੈ ਉਹ ਬਿਲਕੁਲ ਜ਼ੀਰੋ ਹੈ ਜਾਂ ਫਿਰ ਪੋਜ਼ਿਟਿਵ ਹੈ। ਦਿਸ ਇਜ਼ ਦਾ ਰੀਜ਼ਨ ਫॉर देयर लो ਰਿਐਕਟੀਵਿਟੀ। ਪਰ ਫਿਰ ਵੀ ਚਲੋ ਅਸੀਂ ਅੰਡਰ ਡਰਾਸਟਿਕ ਕੰਡੀਸ਼ਨਸ ਇਹਨਾਂ ਨੂੰ ਰਿਐਕਟ ਕਰਾ ਚੁੱਕੇ ਹਾਂ ਤੇ ਕਾਫੀ ਸਾਰੇ ਪ੍ਰੋਡਕਟਸ ਬਣ ਚੁੱਕੇ ਨੇ, ਉਹਨਾਂ ਦੇ ਬਾਰੇ ਅਸੀਂ ਹੁਣ 1 ਬਾय 1 ਪੜਾਂਗੇ। ਜਿਹੜੇ ਮੇਨ ਕੰਪਾਊਂਡਸ ਬਣ ਚੁੱਕੇ ਨੇ ਜ਼ੀਨੋਨ ਦੇ ਹੀ ਬਣੇ ਨੇ ਜ਼ਿਆਦਾ, ਉਹੀ ਅਸੀਂ ਸਟੱਡੀ ਕਰਨੇ। ਜ਼ੀਨੋਨ ਦੇ ਕਿਸ ਤਰ੍ਹਾਂ ਦੇ ਕੰਪਾਊਂਡਸ ਬਣ ਚੁੱਕੇ ਆ? ਸਭ ਤੋਂ ਪਹਿਲਾਂ ਜ਼ੀਨੋਨ ਦੇ fluorides, oxides and oxyfluorides। ਇਹ ਤਿੰਨ ਕੈਟਾਗਰੀਜ਼ ਦੇ ਕੰਪਾਊਂਡਸ ਨੇ ਜਿਨ੍ਹਾਂ ਦੇ ਬਾਰੇ ਚ ਅਸੀਂ ਅੱਜ ਪੜਾਂਗੇ। ਸਭ ਤੋਂ ਪਹਿਲਾਂ ਅਸੀਂ ਫਲੋਰਾਈਡਸ ਦਾ ਲੈਣੇ। ਜ਼ੀਨੋਨ ਜਿਹੜਾ ਹੈਗਾ ਤਿੰਨ ਤਰ੍ਹਾਂ ਦੇ ਫਲੋਰਾਈਡਸ ਬਣਾਉਂਦਾ ਹੈ, XeF2, xenon difluoride
XeF4 xenon tetrafluoride and XeF6 xenon hexafluoride. So ਇਹਨਾਂ ਦੀ ਅਸੀਂ ਪ੍ਰੈਪਰੇਸ਼ਨ ਦੇਖ ਲੈਣੇ ਆ। ਸਭ ਤੋਂ ਪਹਿਲਾਂ xenon difluoride ਦੀ ਗੱਲ ਕਰ ਦਿੰਦੇ ਆ। ਇਹਦੇ ਵਿੱਚ ਅਸੀਂ xenon plus fluorine ਲੈਣੇ ਆ। We get XeF2 ਨਿਕਲ ਵੈਸਲ ਦੇ ਵਿੱਚ ਇਹ ਰਿਐਕਸ਼ਨ ਹੁੰਦਾ ਹੈ 873 ਕੈਲਵਿਨ ਤੇ 1 ਬਾਰ ਪ੍ਰੈਸ਼ਰ। ਇਹਦੇ ਵਿੱਚ ਜਿਹੜੀ ਰੇਸ਼ੀਓ ਹੈ xenon ਔਰ fluorine ਦੀ, it is taken as 2:1. Now let's discuss the structure of xenon difluoride. As we all know, noble gases, they have a total of 8 valence electrons. ਅਸੀਂ ਪਹਿਲੇ ਹੁਣੇ ਦੇਖ ਕੇ ਹਟੇ। So 8 electrons ਦੇ ਵਿੱਚੋਂ ਅਸੀਂ ਰਫ ਆਈਡੀਆ ਲੈ ਲੈਣੇ। ਦੋ ਜਿਹੜੇ ਇਲੈਕਟ੍ਰੋਨਸ ਨੇ ਉਹ ਫਲੋਰੀਨ ਦੇ ਨਾਲ ਕੋਵਲੈਂਟ ਬੌਂਡ ਨਾਲ ਸ਼ੇਅਰ ਹੋ ਗਏ। ਬਾਕੀ ਕਿੰਨੇ ਰਹਿ ਗਏ 6। ਇਟ ਮੀਨਸ ਕਿੰਨੇ ਪੇਅਰਸ ਬਣ ਗਏ ਲੋਨ ਪੇਅਰਸ 3 ਲੋਨ ਪੇਅਰਸ। ਸੋ देयर आर 3 ਲੋਨ ਪੇਅਰਸ plus 2 ਬੌਂਡ ਪੇਅਰਸ। ਟੋਟਲ ਕਿੰਨੇ ਹੋ ਗਏ 5 ਇਲੈਕਟ੍ਰੋਨ ਪੇਅਰਸ। ਜਦੋਂ ਕਿਸੇ ਸੈਂਟਰਲ ਐਟਮ ਦੇ ਆਸ-ਪਾਸ 5 ਇਲੈਕਟ੍ਰੋਨ ਪੇਅਰਸ ਹੋਣ ਤਾਂ ਉਹਦੀ ਜਿਓਮੈਟਰੀ ਕੀ ਹੁੰਦੀ ਹੈ? like this, trigonal bipyramid. So ਜਿਹੜੇ ਸਭ ਤੋਂ ਇੰਪੋਰਟੈਂਟ ਗੱਲ ਕੀ ਹੈ ਇਹਦੇ ਵਿੱਚ ਜਿਹੜੇ ਲੋਨ ਪੇਅਰਸ ਨੇ ਦੇ ਆਰ ਪਿਓਰ ਇਲੈਕਟ੍ਰੋਨਸ, ਇਲੈਕਟ੍ਰੋਨ ਦਾ ਜੋੜਾ ਹੈ। ਸੋ ਉਹਨਾਂ ਦੇ ਵਿੱਚ ਰਿਪਲਸ਼ਨ ਬਹੁਤ ਜ਼ਿਆਦਾ ਹੋਏਗੀ। ਇਸ ਕਰਕੇ ਸਾਡੀ ਕੀ ਟੈਂਡੈਂਸੀ ਹੁੰਦੀ ਹੈ ਵੀ ਲੋਨ ਪੇਅਰ ਨੂੰ ਇਹੋ ਜਿਹੀ ਜਗ੍ਹਾ ਰੱਖੋ ਜਿੱਥੇ ਰਿਪਲਸ਼ਨ ਬਿਲਕੁਲ ਹੀ ਘੱਟ ਹੈ। ਤਾਂ ਉਹ ਕਿਹੜੀ ਪੋਜੀਸ਼ਨ ਬਣਦੀ ਹੈ? ਦਿਸ ਵਨ, ਇਕੁਆਟੋਰੀਅਲ ਪੋਜੀਸ਼ਨ। ਸੋ ਲੋਨ ਪੇਅਰ ਅਸੀਂ ਤਿੰਨੋਂ ਦੇ ਤਿੰਨੋਂ ਇਕੁਆਟੋਰੀਅਲ ਪੋਜੀਸ਼ਨ ਤੇ ਰੱਖਤੇ। ਜਿਹੜੇ ਦੋਨੋਂ ਫਲੋਰੀਨ ਨੇ ਉਹ ਅਸੀਂ ਕਿੱਥੇ ਰੱਖ ਦਾਂਗੇ? एक्सियल पोजीशंस पे। सो इस तरह का स्ट्रक्चर बनता है। इन्हों ਅਸੀਂ बोलते हैं ट्राइगोनल बाइपिरामिडल। और ਇਹਦੀ ਅਸੀਂ ਹੁਣ ਹਾਈਬ੍ਰਿਡਾਈਜੇਸ਼ਨ ਵਗੈਰਾ ਦੇਖ ਲੈਣੇ। ਹਾਈਬ੍ਰਿਡਾਈਜੇਸ਼ਨ ਕੀ ਹੈ? ਸਾਨੂੰ ਕਿੰਨੇ ਆਰਬਿਟਲਸ ਚਾਹੀਦੇ ਨੇ? 5 ਇਲੈਕਟ੍ਰੋਨ ਪੇਅਰਸ ਰੱਖਣੇ ਨੇ। ਸੋ 5 ਆਰਬਿਟਲਸ ਮਿਕਸ ਕਰਾਂਗੇ। ਇੱਕ sp3 ਤੇ ਇੱਕ ਹੋਰ ਚਾਹੀਦੀ ਸਾਨੂੰ d, sp3d। और ਜਿਓਮੈਟਰੀ ਕੀ ਹੋ ਜਾਏਗੀ? ਹੁਣੇ ਗੱਲ ਕੀਤੀ ਹੈ ट्राइगोनल बाइपिरामिड। ट्राइगोनल बाइपिरामिडल। और ਜਿਹੜੀ ਸ਼ੇਪ ਹੋਏਗੀ, ਸ਼ੇਪ ਕੀ ਹੁੰਦੀ ਹੈ? ਸਾਨੂੰ ਲੋਨ ਪੇਅਰ ਤਾਂ ਦਿਖਾਈ ਨਹੀਂ ਦੇਣਗੇ, ਤਾਂ ਇਲੈਕਟ੍ਰॉन्स ਨੇ ਤਾਂ ਤੁਹਾਨੂੰ ਆਰਬਿਟਲ ਰਿਪਰੈਜ਼ੈਂਟੇਸ਼ਨ ਦਿਖਾਈਏ ਸਮਝਣ ਦੇ ਲਈ। ਬਟ ਇਲੈਕਟ੍ਰॉन ਇਜ਼ ਅ ਟਾਈਨੀ ਪਾਰਟੀਕਲ, ਇਟ ਵਿਲ ਨਾਟ ਬੀ ਵਿਜ਼ਿਬਲ। what will you see? you will see a linear structure. so ਇਹਦੀ ਜਿਹੜਾ ਫਾਈਨਲ ਸਟਰਕਚਰ ਹੈ it is linear। ਠੀਕ ਹੈ ਜੀ। ਨੈਕਸਟ ਅਸੀਂ ਗੱਲ ਕਰਦੇ ਹਾਂ xenon tetrafluoride ਦੀ। ਇਹਦੇ ਵਿੱਚ ਕੀ ਹੈ? ਅਸੀਂ ਫਲੋਰੀਨ ਦੀ ਅਮਾਉਂਟ ਥੋੜੀ ਜਿਹੀ ਵਧਾ ਦੇਣੀ ਹੈ। ਟੈਂਪਰੇਚਰ ਪ੍ਰੈਸ਼ਰ ਥੋੜਾ ਜਿਹਾ ਚੇਂਜ ਹੈ, ਪ੍ਰੈਸ਼ਰ ਵੱਧ ਜਾਂਦਾ ਇਹਦੇ ਵਿੱਚ 6 to 7 ਬਾਰਸ ਹੋ ਜਾਂਦਾ। ਔਰ ਫਲੋਰੀਨ ਦੀ ਅਮਾਉਂਟ ਵਧਾ ਦਿਓ। ਇੱਥੇ ਅਸੀਂ ਲੈਣੇ ਰੇਸ਼ੀਓ 1:5 ਐਂਡ ਵੀ ਗੈਟ xenon tetrafluoride। ਸੋ ਇਹਦੇ ਸਟਰਕਚਰ ਦੀ ਗੱਲ ਕਰ ਲੈਣੇ। ਸੇਮ ਸਟਰਕਚਰ ਅਸੀਂ xenon ਦੇ ਆਸ-ਪਾਸ 8 ਇਲੈਕਟ੍ਰੋਨ ਨੇ, ਲੇਕਿਨ ਹੁਣ ਫਲੋਰੀਨ ਕਿੰਨੇ ਲੱਗੇ? 4। ਇਸ ਕਰਕੇ चार इलेक्ट्रॉन ਤਾਂ ਲੱਗੇ ਸਾਡੇ ਕੋਲ ਫਲੋਰੀਨ ਨੇ ਦੇ ਨਾਲ ਸ਼ੇਅਰ ਹੋ ਗਏ। ਇੱਥੇ ਵੀ ਫਲੋਰੀਨ ਲੱਗ ਗਿਆ। ਕਿੰਨੇ ਰਹਿ ਗਏ? 2 ਲੋਨ ਪੇਅਰ। ਸੋ ਚੇਂਜ ਹੋ ਗਈ ਸਾਡੀ ਸਟੋਰੀ। 2 ਲੋਨ ਪੇਅਰਸ प्लस बॉन्ड पेयर किन्ने हो गए 1 2 3 4 4 ਜਿਹੜੇ ਹੋ ਗਏ ਕੀ ਹੋ ਗਏ बॉन्ड पेयर। टोटल किन्ने हो गए इलेक्ट्रॉन पेयर 6। ਜਦੋਂ 6 इलेक्ट्रॉन पेयर्स ਹੋਣ ਸੈਂਟਰਲ ਐਟਮ ਦੇ ਆਸ-ਪਾਸ ਤਾਂ ਕੀ ਜਿਓਮੈਟਰੀ ਹੁੰਦੀ ਹੈ ऑक्टाहेड्रल। ਇਹ ਤੁਸੀਂ VSEPR ਥਿਊਰੀ ਪੜ੍ਹੀ ਹੋਣੀ 11th ਕਲਾਸ ਦੇ ਵਿੱਚ। यस। सो ऑक्टाहेड्रा ਅਸੀਂ ਕਿਸ ਤਰ੍ਹਾਂ ਡਰਾ ਕਰਾਂਗੇ? ਲਾਈਕ ਦਿਸ। ਇੱਥੇ 4 ਫਲੋਰੀਨ ਇੱਕ ਪਲੇਨ ਦੇ ਵਿੱਚ ਆ ਗਏ, ਰਾਈਟ। ਔਰ ਜਿਹੜੇ 2 ਲੋਨ ਪੇਅਰ ਨੇ ਉਹ ਅਸੀਂ एक्सियल पोजीशन पे रखेंगे। कई बच्चे सोचते हैं पहला तो इक्वेटोरियल पोजीशन पे रखे सीगे, हुण एक्सियल पोजीशन पे क्यों रखते? बिकॉज दिस इज एन ऑक्टाहेड्रल ज्योमेट्री। ਇਹਦੇ ਵਿੱਚ ਸਾਰੇ ਹੀ ਬੌਂਡ ਐਂਗਲ ਸਾਰੀਆਂ ਪੋਜੀਸ਼ਨਸ ਬਰਾਬਰ ਨੇ, ਇੱਥੇ ਕੋਈ ਫਰਕ ਨਹੀਂ ਪੈਂਦਾ। ਪਿਛਲੇ ਕੇਸ ਦੇ ਵਿੱਚ ਅਸੀਂ ਉਹਨਾਂ ਨੂੰ ਇਕੁਆਟੋਰੀਅਲ ਪੋਜੀਸ਼ਨ ਤੇ ਕਿਉਂ ਰੱਖਿਆ ਸੀਗਾ? ਕਿਉਂਕਿ ਉੱਥੇ ਐਂਗਲ ਸੀਗਾ 120 ਡਿਗਰੀ ਦਾ, ਉੱਥੇ ਜ਼ਿਆਦਾ ਦੂਰ ਸੀਗੇ ਉਹ ਲੋਨ ਪੇਅਰ, ਸੋ ਰਿਪਲਸ਼ਨ ਘੱਟ ਹੁੰਦੀ ਹੈ। ਜੇ ਐਕਸਿयल ਤੇ ਰੱਖ ਦਿੰਦੇ ਤਾਂ ਉੱਥੇ ਜ਼ਿਆਦਾ ਰਿਪਲਸ਼ਨ ਹੋਣੀ ਸੀ, ਇਸ ਕਰਕੇ। ਇਸ ਕੇਸ ਦੇ ਵਿੱਚ ਸਾਰੀਆਂ ਪੋਜੀਸ਼ਨ ਸੇਮ ਨੇ, ਇਸ ਕਰਕੇ ਲੋਨ ਪੇਅਰ ਨੂੰ ਅਸੀਂ ਉੱਪਰ ਤੇ ਰੱਖ ਸਕਦੇ ਹਾਂ। ਸੋ ਹੁਣ ਸਾਨੂੰ ਜਿਹੜੀ ਇਹਦੀ ਹਾਈਬ੍ਰਿਡੇਸ਼ਨ ਦੀ ਗੱਲ ਕਰ ਲੈਣੇ, ਹਾਈਬ੍ਰਿਡੇਸ਼ਨ ਨੂੰ 6 ਆਰਬਿਟਲ ਚਾਹੀਦੇ ਨੇ। ਸੋ sp3
डी कितनी होगी हुण 2 हो जूगी क्योंकि हुण हुई है 6 2 3 4 5 6 देन ज्योमेट्री जिहड़ी है ज्योमेट्री असीं हुणे गल कीती है की हो जूगी ऑक्टाहीड्रल और जी शेप है सानू शेप दे विच लोन पेस दिखना नहीं सानू की दिखूगा एक बिल्कुल प्लेनर मॉलिक्यूल दिखूगा फ्लैट सो इट इज स्क्वायर प्लेनर right now moving on to the hexafluoride xenon hexafluoride ਦੇ ਵਿੱਚ ਇਹਦੀ ਪ੍ਰੈਪਰੇਸ਼ਨ ਗੱਲ ਕਰ ਲੈਣੇ ਪਹਿਲਾਂ ਇੱਥੇ ਅਮਾਉਂਟ ਵਧਾ ਦੇਣਾ ਸੀ so now we will take 3f2 so we get xeF6 ਇੱਥੇ ਰੇਸ਼ੀਓ ਹੁੰਦੀ ਹੈ 1:20 ਟੈਂਪਰੇਚਰ ਪ੍ਰੈਸ਼ਰ ਯਾਦ ਕਰਨ ਦੀ ਲੋੜ ਨਹੀਂ ਬਸ ਜਸਟ ਹਾਈ ਟੈਂਪਰੇਚਰ ਪ੍ਰੈਸ਼ਰ ਲਿਖ ਸਕਦੇ ਹੋ ਸੋ ਇਹਦੇ ਵਿੱਚ ਪ੍ਰੈਸ਼ਰ ਕਾਫੀ ਜ਼ਿਆਦਾ ਹੁੰਦਾ ਅੰਦਰ 60 to 70 ਬਾਰਸ ਪ੍ਰੈਸ਼ਰ ਯੂਜ਼ ਹੁੰਦਾ ਸੋ ਇਹਦੀ ਜਿਓਮੈਟਰੀ ਦੇਖ ਲੈਣੇ ਜਿਹੜੇ ਜ਼ੀਨੋਨ ਹੈ ਉਹਦੇ ਆਸ-ਪਾਸ 8 ਇਲੈਕਟ੍ਰੋਨ ਹੁੰਦੇ ਨੇ ਉਹਦੇ ਵਿੱਚੋਂ 1 2 3 4 5 6 ਜਿਹੜੇ ਨੇ ਉਹ ਫਲੋਰੀਨ ਦੇ ਨਾਲ ਸ਼ੇਅਰ ਹੋ ਕੇ ਕੋਵਲੈਂਟ ਬੌਂਡ ਸਿਰਫ ਇੱਕ ਲੋਨ ਪੇਅਰ ਸੋ 1 ਲੋਨ ਪੇਅਰ प्लस 6 कितने हो गए बॉन्ड पेयर टोटल इलेक्ट्रॉन पेयर्स कितने हो गए 7 सो जो 7 इलेक्ट्रॉन पेयर्स हो जान ता वैसे ज्यादातर ज्योमेट्री की होती है पेंटागोनल बाइपिरामिडल बट ये एक्सेप्शनल केस है ਇਹਦੇ ਵਿੱਚ ਜਿਹੜਾ ਹੈ ਸ਼ੇਪ ਕੀ ਹੁੰਦੀ ਹੈ ऑक्टाहेड्रल ही ਹੁੰਦੀ ਹੈ बट थोड़ा ਜਿਹਾ ਉਹ डिस्टॉर्टेड हो ਜਾਂਦਾ है सो ਅਸੀਂ 6 फ्लोरीन लगाते ये बन गया ऑक्टाहेड्रल ऑक्टाहेड्रल एक फ्लोरीन ऊपर ते नीचे हुण गल आ गई लोन पेयर दी ਉਹ ਕਿੱਥੇ ਜਾਏਗਾ ਜਿਹੜਾ ਲੋਨ पेयर है वो एस स्पेस ਦੇ ਵਿੱਚ ਅਸੀਂ ਰੱਖ ਸਕਦੇ ਹਾਂ ਚਾਹੇ ਇੱਧਰ ਬਣਾ ਦੋ ਚਾਹੇ ਇੱਥੇ so this is the geometry ਇਹਨੂੰ ਅਸੀਂ ਕੀ ਬੋਲਦੇ ਹਾਂ distorted octahedral क्योंकि octahedral ਸੀਗਾ ਪਰ ਥੋੜਾ ਜਿਹਾ डिस्टॉर्ट हो गया शेप ਉਹਦੀ चेंज हो गई टेढ़ा हो गया so हाइब्रेशन की हो चुकी है ਇਹਦੀ हाइब्रेशन 7 ऑर्बिटल सीरीज में सानू sp3d3 हो जाए ठीक है और जी ज्योमेट्री है वो की हो जाएगी ऑक्टाहेड्रल बट डिस्टॉर्टेड एंड शेप भी सेम रहेगी शेप भी सेम है डिस्टॉर्टेड ऑक्टाहेड्रल राइट नाउ लेट्स मूव ऑन टू द ऑक्साइड्स ऑफ xenon xenon basically forms two types of oxides xenon trioxide and xenon tetraoxide. Now let's discuss their structures. सब तो पहला ਅਸੀਂ ਗੱਲ ਕਰਦੇ हैं xenon trioxide ਦੀ क्योंकि xenon कोड ਅਸੀਂ ਹੁਣੇ देख के हटे हैं there are 8 valence electrons और ऑक्सीजन की खास गल की है ऑक्सीजन always forms double bond ये ਇੱਥੇ ਧਿਆਨ ਰੱਖਣਾ 3 ऑक्सीजन एटम लग जाएंगे 6 इलेक्ट्रॉन यूज हो गए एक की रह गया लोन पेयर सो टोटल इलेक्ट्रॉन पेयर्स कितने हो गए ये एक पेयर ही मने जाएगा क्योंकि डबल बॉन्ड है इन्हों ਅਸੀਂ अलग तक कर नहीं सकते दे विल रिवॉल्व टुगेदर सो इस करके देयर आर इन ऑल टोटल ऑफ 4 इलेक्ट्रॉन पेयर्स और ਜਦੋਂ भी 4 इलेक्ट्रॉन पेयर्स होण सेंट्रल एटम के आसपास ਤਾਂ ਇੱਕੋ ਹੀ ज्योमेट्री ਹੁੰਦੀ है दैट इज टेट्राहेड्रल सो xenon ਦੇ ਨਾਲ ऑक्सीजन हमेशा डबल बॉन्ड बनाएगा और डबल बॉन्ड ओ लगा दो ਹੁਣ ਇੱਥੇ ਕੀ ਆਊਗਾ फोर्थ इज लोन पेयर ऑफ इलेक्ट्रॉन्स सो दिस इज द स्ट्रक्चर ऑफ xenon trioxide और ਜਿਹੜਾ ਲੋਨ पेयर है ਉਹ ਸਾਨੂੰ ਦਿਖਾਈ ਤਾਂ ਦੇਗਾ ਨਹੀਂ ਸੋ ਦਿਸ ਮੋਲੀਕਿਊਲ ਵਿਲ ਅਪੀਅਰ ਐਜ਼ ਅ ਪਿਰਾਮਿਡ ਜਿੱਦਾਂ ਇਜਿਪਟ ਦੇ ਤੁਸੀਂ ਪਿਰਾਮਿਡਸ ਦੇਖਦੇ ਹੋ ਪਿਰਾਮਿਡ ਹੋ ਜਾਊਗਾ ਇਹ ਸਾਨੂੰ ਦਿਖਾਈ ਨਹੀਂ ਦਊਗਾ ਇਸ ਤਰ੍ਹਾਂ ਦੀ ਸ਼ੇਪ ਹੋ ਜੂਗੀ ਸੋ ਇਹਦੀ ਹਾਈਬ੍ਰਿਡੇਸ਼ਨ ਕੀ ਹੋ ਜੂਗੀ ਜਦੋਂ ਆਰਬਿਟਲਸ 4 ਨੇ ਤਾਂ sp3 ਔਰ ਜਿਓਮੈਟਰੀ ਜਿਹੜੀ ਹੈਗੀ ਹੈ ਉਹ ਤਾਂ ਟੈਟਰਾਹੀਡਰਲ ਹੀ ਹੋਏਗੀ और जी शेप है वो की होगी पिरामिड की तरह है दिखाई देगा नाउ लेट्स टॉक अबाउट xenon tetraoxide ਇਹਦੇ ਵਿੱਚ ਕੀ ਫਰਕ ਹੈ ਇਹ ਜਿਹੜਾ ਲੋਨ ਪੇਅਰ ਹੈ ਇਹ ਵੀ ਹੁਣ ਇਨਵੋਲਵ ਹੋ ਜਾਏਗਾ ਬੌਂਡ ਫਾਰਮੇਸ਼ਨ ਦੇ ਵਿੱਚ ਸੋ 8 ਦੇ 8 ਇਲੈਕਟ੍ਰੋਨ ਜਿਹੜੇ ਨੇ ਸਾਰੇ ਬੌਂਡ ਫਾਰਮੇਸ਼ਨ ਚ ਇਨਵੋਲਵ ਹੋ ਗਏ ਸੋ ਇੱਥੇ ਥੋੜਾ ਜਿਹਾ ਡਿਫਰੈਂਸ ਆ ਗਿਆ ਹੁਣ ਲੋਨ ਪੇਅਰ ਦੀ ਗੱਲ ਤੇ ਕੀ ਆ ਜਾਊਗਾ ਡਬਲ ਬੌਂਡ O ਸੋ ਇਹਦਾ ਕੀ ਹੋ ਗਿਆ टेट्राहेड्रल स्ट्रक्चर हाइब्रेशन sp3 ही रहेगी स्ट्रक्चर टेट्राहेड्रल हो गया ते शेप भी यदि की हो जूगी हुन टेट्राहेड्रल ही रहेगी नाउ लेट्स मूव ऑन टू द ऑक्सीफ्लोराइड्स xenon के 3 ऑक्सीफ्लोराइड्स ਅਸੀਂ ਪੜਾਂਗੇ
xenon oxy डाइफ्लोराइड, xenon oxy tetrafluoride, XeO2F2। ਇਹ ਜਿਹੜੇ ਤਿੰਨ ਤਰ੍ਹਾਂ ਦੇ ਆਕਸੀਫਲੋਰਾइड्स ਨੇ, ਆਕਸੀਜਨ ਵੀ ਇਹਨਾਂ ਦੇ ਵਿੱਚ ਔਰ ਫਲੋਰੀਨ ਵੀ ਹੈ। ਇਹ ਅਸੀਂ ਇਹਨਾਂ ਦੇ ਸਟਰਕਚਰ ਡਿਸਕਸ ਕਰਨੇ। ਲੈਟਸ ਚੈੱਕ them। ਸਭ ਤੋਂ ਪਹਿਲਾਂ ਅਸੀਂ XeOF2 ਦੀ ਗੱਲ ਕਰਦੇ ਹਾਂ। ਜ਼ੀਨੋਨ ਦੇ ਆਸ-ਪਾਸ ਆਪਾਂ ਹੁਣੇ ਦੇਖ ਕੇ ਹਟੇ 8 ਇਲੈਕਟ੍ਰੋਨ ਨੇ। ਇਹਦੇ ਵਿੱਚੋਂ 2 ਤਾਂ ਫਲੋਰੀਨ ਦੇ ਨਾਲ ਲੱਗ ਜਾਣਗੇ, ਇੱਕ ਆਕਸੀਜਨ ਦੇ ਨਾਲ ਡਬਲ ਬੌਂਡ ਹੋਏਗਾ, ਸੋ 4 ਇਲੈਕਟ੍ਰੋਨ ਲੱਗ ਗਏ, 2 ਲੋਨ ਪੇਅਰ रहेंगे। सो टोटल इलेक्ट्रॉन पेयर्स कितने होंगे? 1 2 इकट्ठा एक बनना जाएगा 3 4 5। सो देयर आर टोटल ऑफ 5 इलेक्ट्रॉन पेयर्स अराउंड xenon एटम। सो जो 5 होंगे ने इलेक्ट्रॉन पेयर्स सेंट्रल एटम के आसपास ਤਾਂ ਕੀ ਜਿਓਮੈਟਰੀ ਹੁੰਦੀ ਹੈ? ਅਸੀਂ ਪਹਿਲਾਂ ਵੀ ਕੀਤਾ ਸੀਗਾ। यस, ट्राइगोनल बाइपिरामिडल। सो ट्राइगोनल बाइपिरामिडल होएगा और ਇਹਦੇ ਵਿੱਚ ਕੀ ਹੈ, ਅਸੀਂ ਲੋਨ ਪੇਅਰ ਨੂੰ ਅਸੀਂ ਕਿਸ ਤਰ੍ਹਾਂ ਦੀ ਪੋਜੀਸ਼ਨ ਤੇ ਰੱਖਣਾ ਹੈ ਜਿਸ ਤੇ ਕਿ ਸਾਨੂੰ ਰਿਪਲਸ਼ਨ ਮਿਨੀਮਮ ਹੋਵੇ। ਸੋ ਉਹ ਕਿਹੜੀ ਪੋਜੀਸ਼ਨ ਬਣਦੀ ਹੈ? ਇਕੁਏਟੋਰੀਅਲ। ਇੱਥੇ ਐਂਗਲ ਜਿਹੜਾ ਹੈਗਾ ਆਪਸ ਦੇ ਵਿੱਚ ਕਿੰਨੇ ਦਾ ਐਂਗਲ ਹੁੰਦਾ ਹੈ? 120 ਡਿਗਰੀ ਦਾ। ਜੇ ਪਲੇਨ ਦੇ ਨਾਲ ਦੇਖੋ ਤਾਂ ਇਹਨਾਂ ਦਾ ਜਿਹੜਾ ਐਂਗਲ ਹੈ ਉਹ ਕਿੰਨਾ ਹੁੰਦਾ ਹੈ? 90 ਡਿਗਰੀ ਦਾ। ਇੱਥੇ ਜ਼ਿਆਦਾ ਰਿਪਲਸ਼ਨ ਹੋਏਗੀ, ਇਸ ਕਰਕੇ ਦੇ ਆਰ ਪਲੇਸਡ ਐਟ ਇਕੁਏਟੋਰੀਅਲ ਪੋਜੀਸ਼ਨ। ਸੋ ਡਬਲ ਬੌਂਡ ਉਹਨੂੰ ਵੀ ਅਸੀਂ ਇੱਥੇ ਰੱਖਾਂਗੇ ਕਿਉਂਕਿ ਇਹ ਚ 4 ਇਲੈਕਟ੍ਰॉन्स ਦੇ ਰਿਪਲਸ਼ਨ ਜ਼ਿਆਦਾ ਹੋਏਗੀ, ਇਸ ਕਰਕੇ ਇਹਨੂੰ ਵੀ ਇੱਥੇ ਰੱਖਣਾ ਹੈ। ਹੁਣ ਜਿਹੜੇ ਰਹਿ ਗਏ 2 ਫਲੋਰੀਨ ਉਹ ਅਸੀਂ ਰੱਖ ਦੇਣਾ ਹੈ एक्सियल पोजीशन पे। सो एक की दिख रहा है सानू? ट्रायंगल दिख रहा है, ट्राइगोनल बाइपिरामिडल। बाइ मींस 2, ऊपर और थले जेड़ा हैगा वो की बन गया पिरामिड। सो एदी जेड़ी है हाइब्रिडाइजेशन की हो जूगी, 5 ऑर्बिटल्स चाहिए सी सानू sp3d। ज्योमेट्री की है ट्राइगोनल बाइपिरामिडल और शेप की है, शेप है जो असल सानू दिखाई दूगी, सानू लोन पेयर्स का दिखना नहीं है। तो सानू की दिख रहा है? एक टी नहीं दिख रही इंग्लिश की टी, जेड़ा टी है दिस इज लाइक दिस, टी दिख रहा है। सो एदी जेडी है शेप वो की होगी टी शेप। नाउ लेट्स मूव ऑन टू द नेक्स्ट कंपाउंड, ऑक्सीफ्लोराइड। XeOF4। XeOF4 ਦੇ ਵਿੱਚ ਕੀ ਹੈ? 4 ਇਲੈਕਟ੍ਰॉन्स ਤਾਂ 1 2 3 4 ਫਲੋਰੀਨ ਦੇ ਨਾਲ ਲੱਗੇ, ਆਹ ਜਿਹੜੇ 2 ਇਲੈਕਟ੍ਰॉन ਨੇ ਆਕਸੀਜਨ ਦੇ ਨਾਲ ਲੱਗੇ, ਇੱਕ ਰਹਿ ਗਿਆ ਲੋਨ ਪੇਅਰ। ਸੋ ਟੋਟਲ ਇਲੈਕਟ੍ਰॉन ਪੇਅਰਸ ਕਿੰਨੇ ਹੋ ਗਏ? 1 2 3 4 ਆ 5 ਇਕੱਠਾ ਇੱਕ ਪੇਅਰ ਬਣ ਜਾਊਗਾ ਔਰ ਇੱਕ ਹੋ ਗਿਆ 6। 6 ਇਲੈਕਟ੍ਰॉन ਪੇਅਰ ਜਦੋਂ ਹੁੰਦੇ ਨੇ ਸੈਂਟਰਲ ਐਟਮ ਦੇ ਆਸ-ਪਾਸ ਤਾਂ ਜਿਓਮੈਟਰੀ ਕੀ ਹੁੰਦੀ ਹੈ? ऑक्टाहेड्रल। ऑक्टाहेड्रल ਤੇ ਕੀ ਆਊਗਾ? ਜਿਹੜੇ 4 ਫਲੋਰੀਨ ਨੇ, ਕਿਉਂਕਿ ऑक्टाहेड्रल ਦੇ ਵਿੱਚ ਸਾਰੀਆਂ ਹੀ ਪੋਜੀਸ਼ਨਸ ਬਰਾਬਰ ਹੁੰਦੀਆਂ ਨੇ, ਸੋ ਇੱਥੇ ਕੋਈ ਫਰਕ ਨਹੀਂ ਪੈਂਦਾ। ਸੋ ਅਸੀਂ ਇੱਥੇ ਹੁਣ ਸਿਮੈਟਰੀ ਦੇਖਣੀ ਹੈ। ਜੇ ਚਾਰੋਂ ਫਲੋਰੀਨ ਅਸੀਂ ਪਲੇਨ ਦੇ ਵਿੱਚ ਰੱਖ ਦਈਏ ਤਾਂ ਮੋਲੀਕਿਊਲ ਬਿਕਮਸ ਮੋਰ ਸਿਮੈਟ੍ਰਿਕ ਔਰ ਜਿਹੜਾ ਡਬਲ ਬੌਂਡ ਉਹ ਹੈ ਉਹ ਐਕਸਿਅਲ ਪੋਜੀਸ਼ਨ ਤੇ, ਆ ਜਿਹੜੀ ਪੋਜੀਸ਼ਨ ਰਹੇਗੀ ਇੱਥੇ ਕੀ ਜਾਊਗਾ? ਲੋਨ ਪੇਅਰ। ਸੋ this is the structure of XeOF4। ਇਹਦੀ ਅਸੀਂ ਹਾਈਬ੍ਰਿਡੇਸ਼ਨ ਵਗੈਰਾ ਦੇਖ ਲੈਣੇ ਆ। ਹਾਈਬ੍ਰਿਡੇਸ਼ਨ ਦੇ ਵਿੱਚ ਕੀ ਹੋਗਾ? ਕਿੰਨੇ ऑर्बिटल्स यूज होंगे ਸਾਡੇ ਕੋਲ? 6 ਸੀਗੇ ਪੇਅਰਸ। ਸੋ 6 ਵਾਸਤੇ ਕੀ ਹੁੰਦਾ ਹੈ? sp3d2 और ਜਿਹੜੀ ਜਿਓਮੈਟਰੀ ਹੈ ਉਹਨੂੰ ਅਸੀਂ ਕੀ ਬੋਲਾਂਗੇ? ऑक्टाहेड्रल। और ਜਿਹੜੀ ਫਾਈਨਲ ਸ਼ੇਪ ਹੈ ਜੋ ਸਾਨੂੰ ਦਿਖਾਈ ਦੇਗੀ, ਸਾਨੂੰ ਲੋਨ ਪੇਅਰ ਦਿਖਾਈ ਨਹੀਂ ਦੇਗਾ। ਸੋ ਸਾਨੂੰ ਕੀ ਦਿਖ ਰਿਹਾ? ਇੱਕ ਸਕੁਆਇਰ ਤੇ ਉਹਦੇ ਉੱਤੇ ਕੀ ਬਣਿਆ ਹੈ? ਪਿਰਾਮਿਡ। ਸੋ ਸਕੁਆਇਰ ਪਿਰਾਮਿਡ शेप जड़ी है वो की होगी? स्क्वायर पिरामिड। राइट, नाउ लेट्स डिस्कस अबाउट XeO2F2। xenon और 2 इलेक्ट्रॉन ने जड़े कितने लगे? फ्लोरीन के नाल और आ 2 लग गए ऑक्सीजन के नाल। साडे कोल सिर्फ एक इलेक्ट्रॉन का पेयर रह गया, यानी कि टोटल इलेक्ट्रॉन पेयर्स कितने हो गए? 1 2 3 4 5। ਜਦੋਂ 5 ਇਲੈਕਟ੍ਰॉन पेयर्स ਹੁੰਦੇ ਨੇ ਸੈਂਟਰਲ ਐਟਮ ਦੇ ਆਸ-ਪਾਸ ਤਾਂ ਕੀ ਹੁੰਦੀ ਹੈ ਜਿਓਮੈਟਰੀ? ट्राइगोनल बाइपिरामिडल। राइट, सो ਹੁਣ ਅਸੀਂ ਇਹ ਦੇਖਣਾ ਹੈ ਵੀ ਫਲੋਰੀਨ ਕਿੱਥੇ ਜਾਊਗਾ, ਆਕਸੀਜਨ ਕਿੱਥੇ ਜਾਣਗੇ। ਕਿਉਂਕਿ ਆਕਸੀਜਨ ਦੇ ਵਿੱਚ 2 ਇਲੈਕਟ੍ਰॉन्स ਨੇ, ਡਬਲ ਬੌਂਡ ਹੈ, ਰਿਪਲਸ਼ਨ ਜ਼ਿਆਦਾ ਹੋਊਗੀ। ਸੋ ਅਸੀਂ ਇਹਨਾਂ ਨੂੰ ਕਿੱਥੇ ਰੱਖ ਦੇਣਾ ਹੈ? ਇਸ ਪੋਜੀਸ਼ਨ ਤੇ ਰੱਖ ਦੇਣਾ, ਇਕੁਏਟੋਰੀਅਲ ਪੋਜੀਸ਼ਨ ਤੇ, ਤਾਂ ਕਿ ਉਹਦੇ ਵਿੱਚ ਰਿਪਲਸ਼ਨ ਜਿਹੜੀ ਹੈ ਉਹ ਘੱਟ ਤੋਂ ਘੱਟ ਹੋਵੇ। ਔਰ ਇਹ ਲੱਗ ਗਏ ਸਾਡੇ ਫਲੋਰੀਨ। ਇੱਥੇ ਕੀ ਰਹਿ ਗਿਆ ਸਾਡਾ
ਲੋਨ ਪੇਅਰ। ਸੋ ਇਹ ਟ੍ਰਾਇੰਗਲ ਦਿਖ ਰਿਹਾ ਸਾਨੂੰ, ਯਸ। ਸੋ ਜਿਹੜੀ ਫਾਈਨਲ ਇਹਦੀ ਹਾਈਬ੍ਰਿਡੇਸ਼ਨ ਦੀ ਗੱਲ ਕਰ ਲੈਣੇ, 5 ਆਰਬਿਟਲਸ ਹੈਗੀਆਂ। ਸੋ ਹਾਈਬ੍ਰਿਡੇਸ਼ਨ ਇਜ਼ sp3d और ਜਿਹੜੀ ज्योमेट्री है वो की होगी ट्राइगोनल बाई पिरामिडल। और जी शेप है, फाइनल शेप जी है सानू किस तरह दिखाई देगी, सानू लोन पेयर दिखाई नहीं देगा। सानू की दिख रहा है, ये सीसॉ नहीं हुंदा जेड़ा बच्चे झूला झूलते हैं, एक बच्चा इस पासे एक बच्चा इस पासे इस तरह से मूव करता है। सो इनू स्टैंड से मान लो ते इत्थे दो बच्चे बैठे हैं, ये सानू दिखाई नहीं देगा। सो घूमिया होया सीसॉ है, इनू इस तरह करके देखो। सो फाइनल शेप जी है वो की बन जाती है साडी सीसॉ। So with this we have discussed all the compounds of xenon। थोड़ा ज्यादा ਅਸੀਂ यूजेस देख ਲੈਣੇ ਨੋਬਲ ਗੈਸਸ ਦੇ। ਜਿਹੜੀ ਹੀਲੀਅਮ ਹੈ, ਹੀਲੀਅਮ ਦੀ ਸੋਲਿਬਿਲਿਟੀ ਬਹੁਤ ਜ਼ਿਆਦਾ ਘੱਟ ਹੋਣ ਕਰਕੇ ਇਟ ਇਜ਼ ਯੂਜ਼ਡ ਇਨ ਆਕਸੀਜਨ ਸਿਲੰਡਰਸ, ਜਿਹੜਾ ਕਿ ਡਾਈਵਿੰਗ ਆਪਰੇਟਰਸ ਅਸੀਂ ਬੋਲਦੇ ਹਾਂ, ਕਿਉਂਕਿ ਅਸੀਂ ਉਹਦੇ ਵਿੱਚ ਆਕਸੀਜਨ ਨੂੰ 100% ਤਾਂ ਲੈ ਕੇ ਨਹੀਂ ਆ ਸਕਦੇ, ਕਿਉਂਕਿ ਐਟਮੋਸਫੇਅਰ ਦੇ ਵਿੱਚ ਵੀ 21% ਦੇ ਆਸ-ਪਾਸ ਆਕਸੀਜਨ ਹੁੰਦੀ ਹੈ। ਸੋ ਉਸ ਜਿਹੜੀ ਆਕਸੀਜਨ ਸਿਲੰਡਰ ਹੈ ਉਹਦੇ ਵਿੱਚ ਫਿਰ ਬਾਕੀ ਦੀ ਜਿਹੜੀ ਚੀਜ਼ਾਂ ਨੇ, ਨਾਈਟ੍ਰੋਜਨ ਦੀ ਜਗ੍ਹਾ ਉੱਥੇ ਅਸੀਂ ਕੀ ਪ੍ਰੈਫਰ ਕਰਦੇ ਹਾਂ, ਹੀਲੀਅਮ, ਬਿਕੋਜ਼ ਹੀਲੀਅਮ ਦੀ ਜਿਹੜੀ ਸੋਲਿਬਿਲਿਟੀ ਹੈ ਉਹ ਬਹੁਤ ਜ਼ਿਆਦਾ ਘੱਟ ਹੈ, ਕਿਉਂਕਿ ਸਮੁੰਦਰ ਦੇ ਵਿੱਚ ਪ੍ਰੈਸ਼ਰ ਵੱਧ ਜਾਂਦਾ ਤੇ ਨਾਈਟ੍ਰੋਜਨ ਦੀ ਸੋਲਿਬਿਲਿਟੀ ਇੰਕਰੀਜ਼ ਹੋ ਜਾਏਗੀ, ਉਹ ਸਾਡੇ ਲਈ ਤੰਗ ਕਰਦੀ ਹੈ, ਪ੍ਰੋਬਲਮ ਹੁੰਦੀ ਹੈ। ਇਸ ਕਰਕੇ ਉੱਥੇ ਜਿਹੜਾ ਹੀਲੀਅਮ ਯੂਜ਼ ਕਰਦੇ ਆ। ਦੂਜੀ ਗੱਲ ਜਿਹੜੀ ਹੀਲੀਅਮ ਹੈ ਉਹ ਬਹੁਤ ਜ਼ਿਆਦਾ ਲਾਈਟ ਹੋਣ ਕਰਕੇ ਉਹ ਬਲੂਨਸ ਦੇ ਵਿੱਚ ਯੂਜ਼ ਕਰਦੇ ਆ ਅਸੀਂ, ਮੈਟੀਓਰੋਲੋਜੀਕਲ ਆਬਜ਼ਰਵੇਸ਼ਨ ਦੇ ਲਈ ਜਿਹੜੇ ਬੈਲੂਨਸ ਯੂਜ਼ ਕਰਦੇ ਆ, ਕਿਉਂਕਿ ਹੀਲੀਅਮ ਲਾਈਟ ਤਾਂ ਹਾਈਡਰੋਜਨ ਵੀ ਹੈ, ਬਟ ਹੀਲੀਅਮ ਜਿਹੜੀ ਹੈ ਉਹ ਨॉन ਇਨਫਲੇਮੇਬਲ ਹੈ, ਇਹਨੂੰ ਅੱਗ ਨਹੀਂ ਲੱਗਦੀ, ਇਸ ਕਰਕੇ ਹਾਈਡਰੋਜਨ ਦੀ ਜਗ੍ਹਾ ਵੀ ਯੂਜ਼ ਹੀਲੀਅਮ। ਜਿਹੜੀ ਨੀਓਨ ਹੈ, ਨੀਓਨ ਜਿਹੜੀ ਹੈ ਗਲੋ ਸਾਇੰਸ ਦੇ ਵਿੱਚ ਐਡਵਰਟਾਈਜ਼ਮੈਂਟ ਵਾਸਤੇ ਨੀਓਨ ਬਲਬਸ ਵਗੈਰਾ ਡਿਸਚਾਰਜ ਟਿਊਬਸ ਅਸੀਂ ਕਰਦੇ ਹਾਂ, ਬਹੁਤ ਗਲੋ ਕਰਦੀ ਹੈ। ਸੋ ਐਡਵਰਟਾਈਜ਼ਮੈਂਟ ਵਾਸਤੇ ਜਾਂ ਫਿਰ ਸ਼ਾਪਸ ਦੇ ਸ਼ੋਰੂਮਸ ਦੇ ਬਾਹਰ ਤੁਸੀਂ ਦੇਖਦੇ ਹੋ ਸਾਇੰਸ, ਗਲੋ ਸਾਇੰਸ ਉੱਥੇ ਯੂਜ਼ ਹੁੰਦੀ ਹੈ। ਆਰਗਨ ਜਿਹੜੀ ਹੈ ਉਹ ਵੀ ਬਲਬਸ ਦੇ ਵਿੱਚ ਫਿਲਾਮੈਂਟ ਨੂੰ ਬਚਾਉਣ ਲਈ, ਆਕਸੀਡੇਸ਼ਨ ਤੋਂ ਬਚਾਉਣ ਦੇ ਲਈ ਯੂਜ਼ ਹੁੰਦੀ ਹੈ। ਔਰ ਨੀਓਨ, ਆਰਗਨ, ਇਹ ਦੋਨੇ ਹੀ ਜਿਹੜੀਆਂ ਨੇ ਦੇ ਆਰ ਯੂਜ਼ਡ ਟੂ ਕ੍ਰੀਏਟ ਇਨਰਟ ਐਟਮੋਸਫੇਅਰ, ਜਿੱਥੇ ਸਾਨੂੰ ਆਕਸੀਜਨ ਨਹੀਂ ਚਾਹੀਦੀ, ਕਿਸੇ ਆਕਸੀਡਾਈਜ਼ ਹੋਣ ਦਾ ਖਤਰਾ ਹੈ ਕਿਸੇ ਚੀਜ਼ ਦਾ, ਸੋ ਉੱਥੇ ਅਸੀਂ 에ਅਰ ਨਹੀਂ ਯੂਜ਼ ਕਰ ਸਕਦੇ। ਸੋ ਵੀ ਯੂਜ਼ ਨੋਬਲ ਗੈਸਸ, ਨੀਓਨ ਜਾਂ ਆਰਗਨ। ਔਰ ਜਿਹੜੀ ਕ੍ਰਿਪਟਨ ਜ਼ੀਨੋਨ ਹੈ ਉਹ ਹਾਈ ਸਪੀਡ ਫਲੈਸ਼ ਫੋਟੋਗ੍ਰਾਫੀ ਵਾਸਤੇ ਯੂਜ਼ ਹੁੰਦੀ ਹੈ। ਔਰ ਜਿਹੜੀ ਰੇਡੋਨ ਹੈ, ਕਿਉਂਕਿ ਇਹ ਰੇਡੀਓ ਐਕਟਿਵ ਹੈ, ਸੋ ਇਹ ਕੈਂਸਰ ਦੇ ਟ੍ਰੀਟਮੈਂਟ ਵਾਸਤੇ ਯੂਜ਼ ਹੁੰਦੀ ਹੈ ਜਾਂ ਫਿਰ ਰੇਡੀਓ ਐਕਟਿਵ ਰਿਸਰਚ ਦੇ ਵਿੱਚ। ਸੋ ਆਈ ਹੋਪ ਤੁਹਾਨੂੰ ਮੇਰਾ ਟੌਪਿਕ ਸਮਝ ਆਇਆ ਹੋਵੇਗਾ। ਥੈਂਕ ਯੂ ਸੋ ਮਚ।